तू मेरो मेर पर्वत स्वामी, ओट गई मैं तेरी, ना तुम डोलहो ना हम गिरते, रख लीनी हर मेरी। सतनाम श्री वाहिगुरु साहिब जी। एक ओंकार सतनाम करता पुरख निरभउ निर्वैर, अकाल मूरत अजूनी सैभं गुर प्रसाद। आसा महला पहला, वार सलोकां नाल, सलोक भी महले पहले के लिखे, टुंडे अस राजे की धुनी। सलोक महला पहला, बलिहारी गुर आपणे, दिओहाड़ी साधवार। जिन मानस ते देवते किए, करत ना लागी वार। जिन मानस ते देवते किए, करत ना लागी वार। धन साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी गुरु प्यारी गुरु सवारी साध संगत, वड्डियां भागां वाले हाँ जिन्हां नूं सतगुरां ने अमृत वेले दी दात बख्शिश कीती है। अज सतगुरां दी बख्शिश सदका आपां धन गुरु नानक साहिब सच्चे पातशाह जी दी पावन बाणी श्री आसा जी दी वार दी कथा विचार आरंभ कर लगे हाँ। सतगुरु गुरु नानक साहिब जी दियां 3 वारां हन। कुल गुरु ग्रंथ साहिब जी दे अंदर साध संगत 22 वारां हन, जिन्हां विचों 3 वारां धन गुरु नानक साहिब जी दियां हन। माज दी वार, आसा दी वार अते सारंग दी वार। आसा दी वार साडा कीर्तनी नितनेम भी है, जो हर रोज़ असी नितनेम करते हैं गुरबाणी का। ते कीर्तन तौर पर नितनेम जो है वो सतगुरां ने रीत चलाई है इस आसा दी वार का कीर्तन करन दी। एक मर्यादा है कि जदों सिख अमृत वेले उठे अपना नितनेम करे, नितनेम गुरबाणी का संपूर्ण कारण उपरंत गुरुद्वारा साहिब जावे, उस समय इस आसा दी वार का कीर्तन उत्थे बैठ के सरवण करे जां आप कीर्तन करे। उपरंत कथा विचार सुन के समाप्ति करके अपने कम्मां कारां नूं जिहड़ा वो चलिया जावे।
ਇਹ ਮਰਿਆਦਾ ਜਿਹੜੀ ਹੈ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਇਹ ਜੋ ਪਾਵਨ ਬਾਣੀ ਹੈ ਇਹ ਬੜਾ ਹੀ ਅਨਿੱਖੜਵਾਂ ਅੰਗ ਹੈ ਸਾਡੇ ਨਿਤਨੇਮ ਦਾ। ਇਹਦੀ ਪ੍ਰਮਾਣਿਕਤਾ ਵੀ ਇਸ ਗੱਲ ਤੋਂ ਹੁੰਦੀ ਹੈ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਹੈ ਅਤੇ ਸਰਸਾ ਦੇ ਕਿਨਾਰੇ ਆਏ ਅਤੇ ਉਸ ਸਮੇਂ ਵੀ ਸਤਿਗੁਰਾਂ ਨੇ ਇਸੇ ਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਪਿੱਛੋਂ ਫੌਜ ਚੜ੍ਹ ਕੇ ਆ ਰਹੀ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਨੂੰ ਕਹਿੰਦੇ ਆ ਕਿ ਭਾਈ ਦਇਆ ਸਿੰਘ ਜੀ, ਦੀਵਾਨ ਸਜਾਇਆ ਜਾਵੇ ਅਤੇ ਆਸਾ ਦੀ ਵਾਰ ਦਾ ਕੀਰਤਨ ਹੋਵੇ। ਸੋ ਕਹਿਣ ਤੋਂ ਭਾਵ ਇਹ ਸਾਡੀ ਇੱਕ ਚੱਲੀ ਹੋਈ ਸਤਿਗੁਰਾਂ ਦੀ ਚਲਾਈ ਹੋਈ ਮਰਿਆਦਾ ਹੈ। ਸੋ ਇਸ ਬਾਣੀ ਬਾਰੇ ਥੋੜ੍ਹੀ ਜਿਹੀ ਵਿਚਾਰ ਦੇ ਕੇ ਆਪਾਂ ਜੋ ਇਸ ਬਾਣੀ ਦੀ ਆਰੰਭਤਾ ਹੈ ਉਹ ਕਰਦੇ ਹਾਂ। ਸਾਧ ਸੰਗਤ ਇਹ ਜੋ ਬਾਣੀ ਹੈ 24 ਪੌੜੀਆਂ ਇਸ ਬਾਣੀ ਦੀਆਂ ਹਨ, ਜੋ ਇਹਦਾ ਮੂਲ ਰੂਪ ਸੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰੀ ਹੈ ਉਸ ਸਮੇਂ ਇਹਦੀਆਂ 24 ਪੌੜੀਆਂ ਸਤਿਗੁਰਾਂ ਨੇ ਨਿਰਧਾਰਿਤ ਕੀਤੀਆਂ, 24 ਪੌੜੀਆਂ ਦੀ ਰਚਨਾ ਕੀਤੀ ਹੈ। ਅਤੇ ਫਿਰ ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ ਹੈ ਉਸ ਸਮੇਂ ਫਿਰ ਸਤਿਗੁਰਾਂ ਨੇ ਇਸ ਬਾਣੀ ਦੇ ਨਾਲ 59 ਸ਼ਲੋਕ ਜਿਹੜੇ ਸਨ ਉਹ ਦਰਜ ਕੀਤੇ ਹੈ, ਜਿਨ੍ਹਾਂ ਦੇ ਵਿੱਚੋਂ 44 ਗੁਰੂ ਨਾਨਕ ਸਾਹਿਬ ਜੀ ਦੇ ਅਤੇ 15 ਸ਼ਲੋਕ ਜਿਹੜੇ ਹਨ ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਨ। ਇਸ ਆਸਾ ਦੀ ਵਾਰ ਦੇ ਵਿੱਚ ਕੁੱਲ 59 ਸ਼ਲੋਕ ਅਤੇ 24 ਪੌੜੀਆਂ ਇਸ ਆਸਾ ਦੀ ਵਾਰ ਦੀਆਂ ਹਨ। ਇਹ ਜੋ ਆਸਾ ਦੀ ਵਾਰ ਹੈ ਇਹ ਸਾਧ ਸੰਗਤ ਇਹਦੇ ਜਿਹੜੇ ਸ਼ਲੋਕ ਆ ਉਹ ਪਖੰਡਵਾਦ ਦੇ ਉੱਤੇ ਸਿੱਧੀ ਚੋਟ ਮਾਰਦੇ। ਜਦੋਂ ਕੋਈ ਪਖੰਡੀ ਪਖੰਡ ਕਰਦਾ ਹੈ ਉਹਦੇ ਬਾਰੇ ਸਤਿਗੁਰੂ ਜੀ ਇਸ ਬਾਣੀ ਦੇ ਵਿੱਚ ਖੁੱਲ੍ਹ ਕੇ ਦੱਸਦੇ ਆ ਕਿ ਭਾਈ ਇੱਧਰਲੇ ਪਾਸੇ ਸਿੱਖਾ ਤੂੰ ਨਾ ਜਾ, ਕਿਉਂਕਿ ਇਹ ਜਿਹੜਾ ਪਾਸਾ ਇਹ ਪਖੰਡ ਦੇ ਨਾਲ ਭਰਿਆ ਹੋਇਆ ਹੈ। ਉਸ ਸਮੇਂ ਦੇ ਰਾਜਨੀਤਿਕ ਲੋਕਾਂ ਦਾ ਜੀਵਨ ਜੋ ਭ੍ਰਿਸ਼ਟ ਹੋ ਚੁੱਕੇ ਸੀ, ਧਾਰਮਿਕ ਲੋਕਾਂ ਦਾ ਜੀਵਨ ਜੋ ਭ੍ਰਿਸ਼ਟ ਹੋ ਚੁੱਕੇ ਸੀ, ਉਹਨਾਂ ਸਾਰਿਆਂ ਦਾ ਜੋ ਸਮਾਜ ਵਿੱਚ ਰਹਿੰਦੇ ਹੋਏ ਵੀ ਦਲਿੱਦਰੀ ਹੋ ਗਏ ਸੀ, ਨੀਵਾਂ ਜੀਵਨ ਚਲਿਆ ਗਿਆ ਸੀ, ਉਹਨਾਂ ਦੀ ਭੰਡੀ ਇਸ ਆਸਾ ਦੀ ਵਾਰ ਦੇ ਸ਼ਲੋਕਾਂ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਸਤਿਗੁਰਾਂ ਨੇ ਕੀਤੀ ਹੈ, ਤਾਂ ਕਿ ਸਿੱਖ ਨੂੰ ਇਹ ਪਤਾ ਲੱਗ ਜਾਵੇ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ, ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਬਾਕੀ ਸੰਸਾਰ ਉੱਤੇ ਸਾਰੇ ਕਰਮ ਕਾਂਡ ਹੀ ਚੱਲ ਰਹੇ। ਸੋ ਜੋ ਪੌੜੀਆਂ ਹਨ 24 ਪੌੜੀਆਂ, ਇਹਨਾਂ ਦਾ ਮਜ਼ਮੂਨ, ਇਹਨਾਂ ਦਾ ਵਿਸ਼ਾ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਦੀ ਉਸਤਤ ਹੈ, ਪਰਮੇਸ਼ਵਰ ਦੀ ਉਸਤਤ ਹੈ, ਉਹਦੇ ਗੁਣ ਗਾਨ ਹਨ। ਅਤੇ ਜੋ ਸ਼ਲੋਕ ਹਨ ਉਹਨਾਂ ਦੇ ਵਿੱਚ ਕਰਮ ਕਾਂਡਾਂ ਦਾ ਜ਼ਿਕਰ ਹੈ ਕਿ ਕਿਹੋ ਜਿਹੇ ਕਰਮ ਕਾਂਡ ਲੋਕ ਕਰਦੇ ਹਨ ਅਤੇ ਕਿਵੇਂ ਉਹਨਾਂ ਤੋਂ ਬਚਿਆ ਜਾਵੇ। ਇਹ ਸਤਿਗੁਰਾਂ ਨੇ ਬਹੁਤ ਹੀ ਵੱਡੇ ਪੱਧਰ 'ਤੇ ਇਸ ਬਾਣੀ 'ਚ ਵਿਚਾਰ ਦਿੱਤੀ ਹੈ। ਸੋ ਆਓ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਇਸ ਬਾਣੀ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਮੰਗਲਾਚਰਨ ਕੀਤਾ ਹੈ। ਪਾਤਸ਼ਾਹ ਨੇ ਇੱਕ ਉਸ ਅਦੁੱਤੀ ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ, ਉਹਨੂੰ ਸਿਮਰਨ ਵਾਸਤੇ ਤਾਕੀਦ ਕੀਤੀ ਹੈ ਕਿ ਭਾਈ ਸਿੱਖਾ, ਆਸਾ ਦੀ ਵਾਰ ਆਰੰਭ ਕਰਨ ਲੱਗਾ ਹੈ, ਪਰ ਯਾਦ ਰੱਖੀ ਇਸ ਆਸਾ ਦੀ ਵਾਰ ਦੀ ਆਰੰਭਤਾ 'ਤੇ ਇੱਕ ਓੰਕਾਰ ਦਰਜ ਕਰ ਦਿੱਤਾ ਹੈ। ਆਸਾ ਦੀ ਸਮੁੱਚੀ ਵਾਰ ਜਿਹੜੀ ਹੈ ਇਸ ਇੱਕ ਓੰਕਾਰ ਦੇ ਦੁਆਲੇ ਘੁੰਮਦੀ। ਤੂੰ ਉਸ ਇੱਕ ਓੰਕਾਰ ਦਾ ਪੁਜਾਰੀ ਹੋ, ਉਹਦੇ ਵਿੱਚ ਲੀਨਤਾ ਪ੍ਰਾਪਤ ਕਰ ਅਤੇ ਪਖੰਡਵਾਦ ਜੋ ਚੱਲ ਰਿਹਾ ਉਹ ਤੋਂ ਦੂਰ ਹੋ ਜਾ, ਗੁਰੂ ਦੀ ਸ਼ਰਨ 'ਚ ਪੈ ਜਾ
वो तेनों इस एक ओंकार नाल मिला देवेगा। की है एक ओंकार? सतगुरु कहते वो सत चित आनंद स्वरूप है। वो ऐसा परमेश्वर है जिहड़ा कदी नाश नहीं हुंदा, कार रूप हो करके फैलिया होया है हर जगह दे उत्ते, हर चीज़ दे विच विद्यमान है। ऐसा है वो एक ओंकार सतनाम। फिर उस परमेश्वर का नाम जिहड़ा वो सच्चा है, उस अकाल पुरख का, उस एक ओंकार का नाम सच्चा है। करता पुरख, फिर वो करता रूप है सब का, सब नूं बनाउण वाला है, करन वाला है, सारियां नूं बना के फिर उन्हां दे विच पुरख रूप हो करके बैठा है। सब दे अंदर वो आप पुरख रूप हो करके बैठा है। बनाउण वाला भी वो है, ये नहीं कि उन्हें बना के ते आप पिछे रह गया, आप छड्ड के पासे हो गया, नहीं, वो पुरख रूप हो करके विच ही कायनात दे समा गया। करन वाला भी वो आप है, बनाउण वाला भी वो आप है, तो बनाउण तो बाद उहदे विच पुरख रूप हो करके वही बैठा होया है। करता पुरख निरभौ, फिर उन्होंने किसी तरह का भौ नहीं है, डर नहीं है किसी का। वो ऐसा अकाल पुरख है, उन्होंने किसी तरह का कोई डर नहीं है। तो सिखा जे तू भी डर तो रहत होना है तो वो चरण फड़ ले। निरभौ निर्वैर, फिर उन्होंने किसी नाल कोई वैर नहीं है, वो निर्वैर है, बिना वैर तो है। तो तू भी सिखा निर्वैर का रूप हो जा, परमेश्वर के चरणों 'च पै जा। निर्वैर निरभौ, बिना डर तो, निर्वैर जिसनों किसी का डर ना होवे। अकाल मूरत, फिर वो काल दे विच नहीं आउंदा, अकाल है वो। संसार के जीवां नूं काल व्यापदा है, असी काल दे अधीन हाँ, पर वो परमेश्वर शुरू तो लैके हुण तक सच्चा है, वो काल दे अधीन नहीं आउंदा, समय दे अधीन नहीं है। सानू समा खत्म कर देगा, समय दे विच असी बने हाँ, पर परमेश्वर जिहड़ा है वो समय के अधीन नहीं है। क्यों? क्योंकि परमेश्वर ने ही समा बनाया है, परमेश्वर ने ही काल बनाया है, इस करके वो अकाल है। अकाल मूरत, तो वो जिहड़ी मूरत है वो कदी भी नाश नहीं हुंदी, वो अकाल रहत, काल रहत है उसकी मूरत। साडियां जिहड़ियां मूरतां बड़ियां हन, बचपन है, जवानी है, बुढ़ेपा है, खत्म हो जावांगे, पर ओदी जिहड़ी मूरत है वो काल दे अधीन नहीं। ऐसी ओदी मूरत है जिन्हों ना बुढ़ेपा, ना जवानी या बचपन है, सਦੀवी एक है अकाल मूरत। उन्होंने काल जिहड़ा नहीं व्यापदा। आजूनी, फिर वो जूना च नहीं आउंदा, जीव सारे जूना च आउंदे आ। अजूनी है, जम्मिया होया नहीं है, माता के गर्भ तो पैदा नहीं होया वो परमेश्वर, अजूनी है वो वाहिगुरू। सै भंग, जे अजूनी नहीं है फिर वो किवें उहदा प्रकाश होया? सतगुरु कहते उहदा अपने आप तो आपा प्रकाशिया, अपने आप तो आप पैदा होया। सै भंग, उहदा प्रकाश अपने आप तो बनिया। गुर प्रसाद, फिर सतगुरां नूं पुछिए ऐसा अकाल पुरख परमेश्वर प्राप्त किवें हुंदा है? तो सतगुरु कहते गुरु की कृपा दे नाल। गुर प्रसाद, उस अकाल पुरख परमात्मा की प्राप्ति है, वो प्राप्ति का रस्ता है गुरु की कृपा। जदों गुरु के चरणों च आ जावांगे फिर उस परमेश्वर की प्राप्ति है, जो एक ओंकार है, जो सच्चा है, जिसका नाम सच्चा है, जो पुरख रूप है, जो करन वाला है, जो निरभौ है, जो निर्वैर है। उस अकाल पुरख की प्राप्ति का रस्ता गुरु के पासों है। गुरु की कृपा के नाल वो परमेश्वर मिलता है। आसा महला पहला राग आसा है। 462 अंग तो ये आसा की वार की आरंभता होंदी है, जो आसा राग दे विच है। राग आसा महला पहला। पहले पातशाह धन गुरु नानक साहब सच्चे पातशाह जी की यह पावन वार है। आसा महला पहला वार। हुण वार का की अर्थ हुंदा है? साध संगत किते कोई घटना वापर जाए ना, आपां कहने की वारता उत्थे हुई सी दसो।
ਵਾਰਤਾ ਸ਼ਬਦ ਤੋਂ ਵਾਰ ਦਾ ਜਿਹੜਾ ਸੰਬੰਧ ਜੁੜਦਾ ਹੈ, ਵਾਰਤਾ ਤੋਂ। ਜਦੋਂ ਕਿਤੇ ਕੋਈ ਕਾਰਜ ਹੋ ਜਾਵੇ, ਕੋਈ ਵੀ ਘਟਨਾ ਹੋ ਜਾਵੇ, ਕੁਛ ਵੀ ਵਾਪਰ ਜਾਵੇ, ਤੇ ਅਸੀਂ ਜਦੋਂ ਤੀਸਰੇ ਬੰਦੇ ਨੂੰ ਪੁੱਛਦੇ ਹਾਂ ਨਾ ਕਿ ਭਾਈ ਤੂੰ ਉੱਥੇ ਖੜਾ ਸੀ ਤੇ ਤੂੰ ਦੇਖਿਆ ਹੋਏਗਾ ਉੱਥੇ ਹੋਇਆ ਕੀ ਸੀ, ਸਾਰੀ ਵਾਰਤਾ ਸਾਨੂੰ ਖੋਲ੍ਹ ਕੇ ਦੱਸ। ਤੇ ਫਿਰ ਉਹ ਜਦੋਂ ਸਾਨੂੰ ਸੁਣਾਉਣੀ ਸ਼ੁਰੂ ਕਰਦਾ ਹੈ ਤੇ ਫਿਰ ਜਦੋਂ ਉਹਨੂੰ ਸੁਣਾ ਦਿੰਦਾ ਹੈ, ਫਿਰ ਉਹ ਮਨੁੱਖ ਅੱਗੇ ਕਿਸੇ ਨੂੰ ਸੁਣਾਉਂਦਾ ਹੈ। ਇਸੇ ਤਰ੍ਹਾਂ ਇਹ ਹੌਲੀ ਹੌਲੀ ਜਿਹੜਾ ਹੈ ਇੱਕ ਵਾਰਤਾ, ਇੱਕ ਕਹਾਣੀ ਬਣ ਜਾਂਦੀ ਹੈ, ਤੇ ਜੋ ਸਾਰਿਆਂ ਦੇ ਵਿੱਚ ਪਹੁੰਚ ਜਾਂਦੀ ਹੈ, ਇਹਨੂੰ ਕਿਹਾ ਜਾਂਦਾ ਹੈ ਵਾਰ। ਤੇ ਇਹ ਜਿਹੜੀ ਵਾਰ ਦੀ ਵਾਰਤਾ ਦੇ ਨਾਲ ਕਿਉਂ ਜੁੜਦੀ ਹੈ ਕਿ ਪੁਰਾਣੇ ਸਮੇਂ ਜਦੋਂ ਪਹਿਲਾਂ ਤਾਂ ਆਮ ਹੀ ਘਟਨਾਵਾਂ ਨੂੰ ਵਾਰਤਾ ਕਿਹਾ ਜਾਂਦਾ ਸੀ, ਤੇ ਪੁਰਾਣੇ ਸਮੇਂ ਜਦੋਂ ਕੋਈ ਜੰਗ ਯੁੱਧ ਹੁੰਦਾ ਸੀ, ਉਹਦੀ ਵਾਰਤਾ ਜਦੋਂ ਲੋਕ ਆਪਸ ਵਿੱਚ ਕਰਦੇ ਸਨ ਕਿ ਭਾਈ ਉਹ ਬੜਾ ਬਲੀ ਰਾਜਾ ਸੀ, ਉਹ ਫਲਾਨੀ ਜਗ੍ਹਾ ਗਿਆ, ਉਹਨੇ ਜੰਗ ਕੀਤੀ, ਇੰਨੇ ਦੁਸ਼ਮਣਾਂ ਨੂੰ ਮਾਰਿਆ, ਇੰਝ ਇੰਝ ਜੰਗ ਹੋਇਆ, ਇਹ ਕੁਝ ਉੱਥੇ ਹੋਇਆ। ਉਹ ਫਿਰ ਲੋਕ ਆਪਸ 'ਚ ਸੁਣਦੇ ਸਨ, ਫਿਰ ਉਹ ਲੋਕ ਗਾਥਾ ਬਣ ਜਾਂਦੀ ਸੀ। ਅਤੇ ਜਦੋਂ ਲੋਕ ਗਾਥਾ ਬਣ ਜਾਂਦੀ ਸੀ, ਫਿਰ ਉਸ ਸਮੇਂ ਇਹਨੂੰ ਯਾਦ ਰੱਖਣਾ ਔਖਾ ਹੁੰਦਾ ਸੀ, ਅਤੇ ਫਿਰ ਉਹ ਕੀ ਕਰਦੇ ਸੀ ਕਿ ਉਹਨੂੰ ਗਾਇਨ ਰੂਪ ਦੇ ਦਿੰਦੇ ਸੀ। ਕੋਈ ਵੀ ਚੀਜ਼ ਅਸੀਂ ਜਦੋਂ ਗਾਉਂਦੇ ਹਾਂ ਨਾ, ਅਤੇ ਗਾਉਣ ਦੇ ਨਾਲ ਕੋਈ ਵੀ ਚੀਜ਼ ਸਾਨੂੰ ਸੁਖੈਣ ਸਮਝ ਆ ਜਾਂਦੀ ਹੈ। ਗਾਇਨ ਕਰਨ ਦੇ ਨਾਲ, ਪੜ੍ਹਨ ਦੇ ਨਾਲ, ਜਾਂ ਇਸ ਤਰ੍ਹਾਂ ਵਾਰਤਕ ਰੂਪ 'ਚ ਸੁਣਾਉਣ ਦੇ ਨਾਲ ਗੱਲ ਭੁੱਲ ਜਾਂਦੀ ਹੈ, ਪਰ ਗਾਈ ਹੋਈ ਚੀਜ਼ ਜਿਹੜੀ ਉਹ ਸਾਨੂੰ ਕਦੀ ਨਹੀਂ ਭੁੱਲਦੀ। ਅਤੇ ਫਿਰ ਉਸ ਸਮੇਂ ਫਿਰ ਲੋਕਾਂ ਨੇ ਇਹਨੂੰ ਵਾਰ ਦਾ ਰੂਪ ਦੇ ਦਿੱਤਾ, ਅਤੇ ਉਸ ਸਮੇਂ ਫਿਰ ਨਾਲ ਸਾਜ਼ ਲੈ ਕੇ, ਢਾਡੀਆਂ ਨੇ ਸਾਜ਼ ਲੈ ਕੇ ਫਿਰ ਇਹਨੂੰ ਗਾਉਣਾ ਸ਼ੁਰੂ ਕਰ ਦਿੱਤਾ। ਇਹਦੇ ਬੰਦ ਬਣਾ ਦਿੱਤੇ, ਬੰਦ ਬਣਾ ਕੇ ਫਿਰ ਪੌੜੀ ਛੰਦ ਹੁੰਦਾ ਹੈ ਇੱਕ, ਪੌੜੀ ਛੰਦ ਦੇ ਵਿੱਚ ਫਿਰ ਇਹਨਾਂ ਵਾਰਾਂ ਦੀ ਰਚਨਾ ਕੀਤੀ, ਜੋ ਵਾਰਾਂ ਸ਼ੁਰੂ ਤੋਂ ਚੱਲਦੀਆਂ ਆਈਆਂ ਹਨ, ਜਿਹਦੇ ਵਿੱਚ ਕਿਸੇ ਵਿਸ਼ੇਸ਼ ਬਹਾਦਰ ਸੂਰਮੇ ਦਾ ਜ਼ਿਕਰ ਹੁੰਦਾ ਸੀ। ਉਸ ਸੂਰਮੇ ਨੇ ਕਿਵੇਂ ਜੰਗ ਲੜੀ, ਕੀ ਕੀਤਾ, ਉਹ ਸਾਰਾ ਹਾਲ ਪੌੜੀ ਰੂਪ ਦੇ ਵਿੱਚ ਬਿਆਨ ਕਰਨ ਨੂੰ ਵਾਰ ਕਹਿੰਦੇ। ਮੈਂ ਫਿਰ ਦੁਹਰਾ ਦੇਵਾਂ, ਵਾਰ ਸ਼ਬਦ ਦੀ ਸੰਬੰਧ ਜਿਹੜਾ ਹੈ ਉਹ ਵਾਰਤਾ ਦੇ ਨਾਲ ਜੁੜਦਾ ਹੈ। ਵਾਰਤਾ ਨੂੰ ਜਦੋਂ ਗਾਇਨ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ, ਗਾ ਕੇ ਸਾਜ਼ਾਂ ਦੇ ਨਾਲ ਪੌੜੀ ਰੂਪ ਛੰਦ ਦੇ ਵਿੱਚ ਜਦੋਂ ਗਾਇਆ ਜਾਂਦਾ ਹੈ, ਉਹਨੂੰ ਫਿਰ ਵਾਰ ਕਿਹਾ ਜਾਂਦਾ ਹੈ। ਉਹ ਕਿਸੇ ਬਹਾਦਰ ਬਲੀ ਸੂਰਮੇ ਦੀ ਵਾਰ ਹੁੰਦੀ ਹੈ, ਜਿਹਨੇ ਜੰਗ ਕੀਤਾ ਹੁੰਦਾ ਹੈ ਜਾਂ ਜਿਹਨੇ ਭਲਾ ਕੀਤਾ ਹੁੰਦਾ ਹੈ ਕਿਸੇ ਦਾ, ਉਹਦੀ ਵਾਰਤਾ ਜਿਹੜੀ ਆ ਲਿਖੀ ਹੁੰਦੀ ਆ, ਉਹਦੀ ਵਾਰਤਾ ਦੱਸੀ ਜਾਂਦੀ, ਉਹਨੂੰ ਵਾਰ ਕਿਹਾ ਜਾਂਦਾ। ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਸਤਿਗੁਰਾਂ ਨੇ ਵਾਰ ਦੀ ਰਚਨਾ ਕੀਤੀ ਹੈ, ਜਿਹਦੇ ਨਾਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਸਿਰਲੇਖ ਦਿੱਤਾ ਹੈ ਕਿ ਇਹਦੇ ਨਾਲ ਜਿਹੜੇ ਸਲੋਕ ਹਨ ਉਹ ਅਸੀਂ ਮਹੱਲੇ ਪਹਿਲੇ ਦੇ ਲਿਖੇ ਹਨ, ਅਤੇ ਨਾਲ ਮਹੱਲੇ ਦੂਜੇ ਦੇ ਵੀ ਕੁਝ ਸਲੋਕ ਆਉਂਦੇ ਆ, ਪਰ ਪ੍ਰਧਾਨਤਾ ਪਹਿਲੇ ਮਹੱਲੇ ਦੇ ਸਲੋਕਾਂ ਦੀ ਹੈ, ਕਿਉਂਕਿ ਜ਼ਿਆਦੇ ਹਨ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 15 ਸਲੋਕ ਹੋਣ ਦਾ ਕਰਕੇ, ਅਤੇ ਸਤਿਗੁਰਾਂ ਦੇ 44 ਸਲੋਕ ਹੋਣ ਦਾ ਕਰਕੇ, ਗੁਰੂ ਨਾਨਕ ਸਾਹਿਬ ਜੀ ਦੇ, ਤਾਂ ਕਰਕੇ ਸਤਿਗੁਰਾਂ ਨੇ ਕਿਹਾ ਕਿ ਨਾਲ ਜਿਹੜੇ ਸਲੋਕ ਹਨ ਇਸ ਵਾਰ ਦੇ, ਉਹ ਮਹੱਲੇ ਪਹਿਲੇ ਦੇ ਹਨ। ਅਤੇ ਮੈਂ ਦੱਸ ਜਾਵਾਂ ਕਿ 2 ਸਲੋਕਾਂ ਤੋਂ ਲੈ ਕੇ ਅਤੇ 5 ਸਲੋਕ ਇੱਕ ਇੱਕ ਪੌੜੀ ਦੇ ਨਾਲ ਹਨ। ਕੀ ਵਿਸ਼ਾ ਵਸਤੂ ਹੁੰਦੀ ਹੈ, ਕੀ ਢੰਗ ਹੁੰਦਾ ਹੈ ਕਿ ਪਹਿਲੋਂ ਸਲੋਕ, ਫਿਰ ਉਸ ਤੋਂ ਬਾਅਦ ਪੌੜੀ 'ਤੇ ਜਾ ਕੇ ਸਮਾਪਤੀ ਹੁੰਦੀ ਹੈ। ਇਸ ਤਰ੍ਹਾਂ ਇਹ ਵਾਰ ਚੱਲਦੀ ਹੈ। ਅਤੇ ਇਹ ਜਿਹੜੀ ਵਾਰ ਗਾਉਂਦੇ ਹੁੰਦੇ ਸਨ ਸੂਰਮੇ, ਅਤੇ ਉਹ ਵਾਰ ਗਾਉਂਦਿਆਂ ਗਾਉਂਦਿਆਂ ਵਿੱਚੋਂ ਜਿਹੜਾ ਸੀ ਉਹ ਕੋਈ ਵਿਅੰਗ ਲੈ ਲੈਂਦੇ ਸਨ। ਕੋਈ ਵਿਅੰਗ, ਕਿਸੇ ਤਰ੍ਹਾਂ ਦਾ ਕੋਈ ਵਿਅੰਗ ਲੈ ਲੈਣਾ, ਕਿਸੇ ਤਰ੍ਹਾਂ ਦੀ ਕਿਸੇ ਹੋਰ ਬਹਾਦਰੀ ਦੀ ਗਾਥਾ ਗਾਉਣ ਲੱਗ ਪੈਣੀ ਵਾਰ ਨੂੰ ਗਾਉਂਦਿਆਂ ਗਾਉਂਦਿਆਂ। ਅਤੇ ਉਸੇ ਤਰ੍ਹਾਂ ਸਤਿਗੁਰਾਂ ਨੇ ਇਹ ਵਾਰ ਦੀ ਰਚਨਾ ਕਰਕੇ ਨਾਲ ਸਲੋਕ ਦੇ ਦਿੱਤੇ, ਜਿਨ੍ਹਾਂ ਦੇ ਵਿੱਚ ਵਿਅੰਗਮਈ ਜਿਹੜੀ ਹੈ ਚੋਟ ਇਸ ਆਸਾ ਦੀ ਵਾਰ 'ਚ ਕੀਤੀ ਗਈ ਪਖੰਡਵਾਦ ਦੇ ਉੱਤੇ। ਸੋ ਇਹ ਉਸੇ ਹੀ ਤਰੀਕੇ ਦੇ ਨਾਲ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਲ ਸਲੋਕ ਦਰਜ ਕਰ ਦਿੱਤੇ, ਅਤੇ ਇਹਨਾਂ ਹੀ ਸਲੋਕਾਂ ਦੇ ਵਿੱਚੋਂ ਜਿਹੜੇ ਸਲੋਕ ਵਧੇ ਉਹਨਾਂ ਨੂੰ ਨਾਮ ਦੇ ਦਿੱਤਾ ਸਲੋਕ ਵਾਰਾਂ 'ਤੇ ਵਧੀਕ।
सो सतगुरां ने क्या है कि श्लोक भी महल्ले पहले के लिखे। टुंडे अस राजा की धुनी। हुण ये टुंडा अस राजा ਇਹਦੀ ਧੁਨੀ ਸਤਿਗੁਰਾਂ ਨੇ ਚਾੜੀ ਹੈ। ਕੁਝ ਇਤਿਹਾਸਕਾਰ ਇਹ ਗੱਲ ਮੰਨਦੇ ਆ ਕਿ ਇਹ ਜਿਹੜੀਆਂ ਧੁਨੀਆਂ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੀ ਇਹਨਾਂ ਵਾਰਾਂ ਦੇ ਉੱਪਰ ਚਾੜੀਆਂ। 9 ਧੁਨੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, 22 ਵਾਰਾਂ ਹਨ, 9 ਧੁਨੀਆਂ ਹਨ। ਅਤੇ ਇਹ ਗੱਲ ਮੰਨੀ ਜਾਂਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਵੇਲੇ ਹੀ ਇਹ ਧੁਨੀਆਂ ਜਿਹੜੀਆਂ ਨਾਲ ਵਾਰਾਂ ਦੇ ਚੜ੍ਹਾਈਆਂ। ਅਤੇ ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਇਹ ਗੱਲ ਲਿਖੀ ਮਿਲਦੀ ਹੈ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਕਿਹਾ ਸੀ ਕਿ ਪੁੱਤਰ, ਜਦੋਂ ਤੁਸੀਂ ਸ਼ਸਤਰ ਬਸਤਰ ਪਹਿਨ ਕੇ ਤਿਆਰ ਹੋ ਕੇ ਢਾਡੀ ਵਾਰਾਂ ਸੁਣੋਗੇ ਅਤੇ ਜਿਹੜੀਆਂ ਧੁਨੀਆਂ ਤੁਹਾਨੂੰ ਪਸੰਦ ਆਈਆਂ ਉਹ ਤੁਸੀਂ ਇਹਨਾਂ ਵਾਰਾਂ ਦੇ ਨਾਲ ਅੰਕਿਤ ਕਰਨੀਆਂ, ਉਹ ਇਹਨਾਂ ਵਾਰਾਂ ਦੇ ਨਾਲ ਤੁਸੀਂ ਜੋੜਨੀਆਂ। ਸੋ ਇੱਥੋਂ ਇਹ ਵੀ ਗੱਲ ਸਪਸ਼ਟ ਹੁੰਦੀ ਹੈ ਕਿ ਇਹਨਾਂ ਵਾਰਾਂ ਦੇ ਉੱਤੇ ਜਿਹੜੀਆਂ ਧੁਨੀਆਂ ਹਨ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੜ੍ਹਾਈਆਂ। 2 ਤਰ੍ਹਾਂ ਦੀ ਵਿਚਾਰ ਮਿਲਦੀ ਹੈ। ਕੁਝ ਵਿਦਵਾਨ 5ਵੇਂ ਪਾਤਸ਼ਾਹ ਨਾਲ ਜੋੜਦੇ ਆ ਕਿ 5ਵੇਂ ਪਾਤਸ਼ਾਹ ਨੇ ਸੰਪਾਦਨਾ ਵੇਲੇ ਧੁਨੀਆਂ ਚੜ੍ਹਾ ਦਿੱਤੀਆਂ, ਅਤੇ ਕੁਝ ਵਿਦਵਾਨ ਇਹ ਗੱਲ ਮੰਨਦੇ ਆ ਗੁਰਬਿਲਾਸ ਪਾਤਸ਼ਾਹੀ 6ਵੀਂ 'ਚੋਂ ਉਦਾਹਰਨ ਲੈ ਕੇ ਕਿ ਇਹ ਜਿਹੜੀਆਂ ਵਾਰਾਂ ਦੇ ਉੱਤੇ ਧੁਨੀਆਂ ਹਨ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਢਾਡੀ ਵਾਰਾਂ ਸੁਣੀਆਂ ਅਤੇ ਢਾਡੀ ਵਾਰ ਜਦੋਂ ਨੱਥਾ ਅਤੇ ਅਬਦੁੱਲਾ ਵਰਗੇ ਢਾਡੀ ਜਦੋਂ ਵਾਰਾਂ ਗਾਉਂਦੇ ਸਨ, ਉਹਨਾਂ ਦੇ ਵਿੱਚੋਂ ਜਿਹੜੀਆਂ ਧੁਨੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਛੋਹ ਗਈਆਂ, ਉਹਨਾਂ ਧੁਨੀਆਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਵਾਰਾਂ ਦੇ ਉੱਤੇ ਅੰਕਿਤ ਕਰ ਦਿੱਤਾ। ਸੋ ਕੀ ਹੈ ਟੁੰਡਾ ਅਸ ਰਾਜਾ, ਇਹਦੇ ਬਾਰੇ ਆਪਾਂ ਵਿਚਾਰ ਕਰ ਲਈਏ। ਇੱਕ ਬੜਾ ਬਲੀ ਰਾਜਾ ਹੋਇਆ ਹੈ, ਇਹਦੀਆਂ ਕਾਫੀ ਸਾਖੀਆਂ ਪ੍ਰਚਲਿਤ ਸਨ। ਇੱਕ ਸਾਖੀ ਜਿਹੜੀ ਹੈ ਉਹ ਇਹ ਹੈ ਕਿ ਇਹ ਬਚਪਨ ਦੇ ਵਿੱਚ ਹੈ, ਬੜਾ ਸੁਨੱਖਾ ਹੈ, ਵੱਡੀ ਰਾਣੀ ਦਾ ਪੁੱਤਰ ਹੈ, ਪਿਤਾ ਇਹਦਾ ਸਾਰੰਗ ਰਾਜਾ ਹੈ ਅਤੇ ਵੱਡੀ ਰਾਣੀ ਦਾ ਪੁੱਤਰ ਹੈ। ਅਤੇ ਜੋਤਸ਼ੀਆਂ ਨੂੰ ਇਹਨੇ ਪੁੱਛਿਆ ਸਾਰੰਗ ਰਾਜੇ ਨੇ ਕਿ ਮੇਰਾ ਜਿਹੜਾ ਪੁੱਤਰ ਹੈ ਉਹ ਬਲੀ ਬਹਾਦਰ ਸੂਰਮਾ ਅਤੇ ਚੰਗਾ ਧਰਮੀ ਰਾਜਾ ਕਿਵੇਂ ਬਣੇ। ਅਤੇ ਜੋਤਸ਼ੀਆਂ ਨੇ ਕਿਹਾ ਕਿ ਤੁਸੀਂ ਇੰਝ ਕਰੋ ਕਿ ਇਹਨੂੰ 12 ਸਾਲ ਤੱਕ ਜਿਹੜਾ ਹੈ ਆਪਣੇ ਪੁੱਤਰ ਨੂੰ ਇਹਨੂੰ ਇੱਕ ਕਮਰੇ ਦੇ ਵਿੱਚ ਹੀ ਰੱਖੋ, ਉੱਥੇ ਇਹਨੂੰ ਜਲ ਪਾਣੀ ਪਹੁੰਚਾਓ, ਉੱਥੋਂ ਹੀ ਇਹ ਜਿਹੜਾ ਹੈ ਉੱਥੋਂ ਹੀ ਸਿੱਖਿਆ ਪ੍ਰਾਪਤ ਕਰੇ, ਉੱਥੇ ਹੀ ਸਾਰਾ ਕੁਛ ਆਪਣਾ ਪੜ੍ਹੇ ਲਿਖੇ ਅਤੇ ਪਰਮੇਸ਼ਰ ਦੇ ਗੁਣ ਗਾਵੇ, ਆਉਣ ਵਾਲੇ ਸਮੇਂ 'ਚ ਪ੍ਰਤਾਪੀ ਰਾਜਾ ਹੋਵੇਗਾ। ਇਸੇ ਤਰ੍ਹਾਂ ਜਿਵੇਂ ਜੋਤਸ਼ੀ ਦਾ ਹੁਕਮ ਮੰਨ ਕੇ ਸਾਰੰਗ ਰਾਜੇ ਨੇ ਆਪਣੇ ਪੁੱਤਰ ਅਸ ਰਾਜੇ ਨੂੰ ਜਿਹੜਾ ਹੈ ਉਹ ਇੱਕ ਜਗ੍ਹਾ ਦੇ ਉੱਤੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ। ਸਮਾਂ ਬੀਤਿਆ, ਇਹ ਅਸ ਰਾਜਾ ਵੱਡਾ ਹੋਇਆ 12 ਸਾਲਾਂ ਬਾਅਦ ਇਹਨੂੰ ਬਾਹਰ ਕੱਢਿਆ ਗਿਆ। ਬਾਹਰ ਨਿਕਲਿਆ ਅਤੇ ਰਾਜੇ ਦੇ ਦਰਸ਼ਨ ਕੀਤੇ ਆ, ਚਰਨੀ ਹੱਥ ਲਾਇਆ ਅਤੇ ਰਾਜੇ ਨੇ ਕਿਹਾ ਕਿ ਤੂੰ ਇੰਝ ਕਰ, ਹੁਣ ਮੇਰੀਆਂ ਜਿੰਨੀਆਂ ਵੀ ਰਾਣੀਆਂ ਹਨ ਉਹਨਾਂ ਦੇ ਜਾ ਕੇ ਚਰਨ ਛੂਹ, ਤੇਰੀਆਂ ਮਾਤਾਵਾਂ ਹਨ ਸਾਰਿਆਂ ਦੇ ਚਰਨ ਛੂਹੇ। ਛੋਟੀ ਰਾਣੀ ਜਿਹੜੀ ਸੀ, ਕਿਉਂਕਿ ਸੁਨੱਖਾ ਬੜਾ ਸੀ ਇਹ ਰਾਜਾ ਅਸ, ਇਹਦੇ ਉੱਤੇ ਮੋਹਿਤ ਹੋ ਗਈ ਅਤੇ ਜਦੋਂ ਮੋਹਿਤ ਹੋਈ ਅਤੇ ਇਹ ਰਾਜੇ ਨੂੰ ਹੁਣ ਧਰਮ ਦਾ ਗਿਆਨ ਸੀ ਅਸ ਨੂੰ, ਕਿਉਂਕਿ ਪਿਤਾ ਨੇ ਪੜ੍ਹਾਇਆ ਸੀ। ਅਤੇ ਇਹਨੇ ਜਦੋਂ ਰਾਣੀ ਨੇ ਕਿਹਾ ਕਿ ਭਾਈ ਮੈਂ ਤੇਰੀ ਪਤਨੀ ਬਣਨਾ ਚਾਹੁੰਦੀ ਹਾਂ ਅਤੇ ਤੂੰ ਮੈਨੂੰ ਮਾਤਾ ਦਾ ਦਰਜਾ ਨਾ ਦੇ। ਇਸ ਅਸ ਰਾਜੇ ਨੇ ਕਿਹਾ ਨਹੀਂ ਜੀ, ਮੈਂ ਤੁਹਾਨੂੰ ਆਪਣੀ ਮਾਤਾ ਦਾ ਦਰਜਾ ਦੇਵਾਂਗਾ ਕਿਉਂਕਿ ਮੇਰਾ ਧਰਮ ਮੈਨੂੰ ਇਹ ਸਿਖਾਇਆ ਮੇਰੇ ਪਿਤਾ ਨੇ। ਨਹੀਂ ਮੰਨੀ ਅਤੇ ਫਿਰ ਜਦੋਂ ਇਹ ਅਸ ਰਾਜਾ ਨਾ ਮੰਨਿਆ, ਇਹਨੇ ਫਿਰ ਰਾਣੀ ਨੇ ਇਹਦੇ ਉੱਤੇ ਦੂਸ਼ਣ ਲਾਏ ਕਿ ਇਹਨੇ ਮੇਰੇ ਨਾਲ ਜਿਹੜਾ ਹੈ ਬਹੁਤ ਚੰਗਾ ਵਿਹਾਰ ਨਹੀਂ ਕੀਤਾ ਅਤੇ ਆਪਣੇ ਪੁੱਤਰ ਨੂੰ ਰਾਜੇ ਨੂੰ ਕਿਹਾ ਕਿ ਤੂੰ ਇਹਨੂੰ ਜਿਹੜਾ ਕੋਈ ਸਜ਼ਾ ਦੇ, ਜਾਂ ਤਾਂ ਇਹ ਇੱਥੇ ਰਹੇਗਾ ਮਹਿਲਾਂ ਦੇ ਵਿੱਚ ਜਾਂ ਮੈਂ ਰਹਾਂਗੀ। ਰਾਜੇ ਨੇ ਸੋਚਿਆ ਸਾਰੰਗ ਨੇ ਕਿ ਇਹ ਰਾਣੀ ਵੀ ਸੱਚੀ ਹੈ ਕਿਉਂਕਿ ਮੋਹ ਦੇ ਵਿੱਚ ਸੀ, ਅਤੇ ਇਹਨੇ ਫਿਰ ਆਪਣੇ ਪੁੱਤਰ ਨੂੰ ਜਿਹੜਾ ਹੈ ਕਿਹਾ ਕਿ ਚੱਲ ਮੈਨੂੰ ਮਾਰਦਾ ਨਹੀਂ, ਇਹਨੂੰ ਜਿਹੜਾ ਹੈ ਭੇਜਿਆ ਜਾਵੇ ਜੰਗਲਾਂ ਦੇ ਵਿੱਚ ਅਤੇ ਇਹਦਾ ਹੱਥ ਕੱਟ ਦਿੱਤਾ ਜਾਵੇ, ਇੱਕ ਹੱਥ ਇਹਦਾ ਕੱਟ ਦਿੱਤਾ ਜਾਵੇ। ਵਜ਼ੀਰ ਜਿਹੜਾ ਸੀ ਉਹ ਜੰਗਲ 'ਚ ਲੈ ਗਿਆ ਅਤੇ ਨਾਲ ਹੀ ਇਹਦੇ 2 ਭਰਾ ਸਨ ਛੋਟੀਆਂ ਰਾਣੀਆਂ ਤੋਂ, ਇੱਕ ਦਾ ਨਾਂ ਸੀ ਸੁਲਤਾਨ ਅਤੇ ਦੂਸਰੇ ਦਾ ਨਾਂ ਸੀ ਖਾਨ। ਇਹ ਦੋਵੇਂ ਨਾਲ ਚਲੇ ਗਏ ਵਜ਼ੀਰ ਦੇ
ਤੇ ਇਹ ਘਿਰਨਾ ਕਰਦੇ ਸੀ ਛੋਟੀਆਂ ਰਾਣੀਆਂ ਦੇ ਪੇਟਾਂ 'ਚ। ਇਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਅਸ ਰਾਜਾ ਹੋ ਜਾਏਗਾ। ਇਹਨਾਂ ਨੇ ਦੋਵਾਂ ਇੱਕ ਦੀ ਜਗ੍ਹਾ 'ਤੇ ਦੋਵੇਂ ਹੱਥ ਦੇ ਕੱਟ ਕੇ ਇਸ ਅਸ ਰਾਜੇ ਦੇ ਤੇ ਇਹਨੂੰ ਖੂਹ ਦੇ 'ਚ ਸੁੱਟ ਦਿੱਤਾ। ਖੂਹ 'ਚ ਸੁੱਟ ਕੇ ਵਾਪਸ ਆ ਗਏ, ਹੱਥ ਦਿਖਾਇਆ ਇੱਕ ਕਿ ਆ ਜੀ ਅਸੀਂ ਉਹਦਾ ਹੱਥ ਵੱਢ ਦਿੱਤਾ। ਤੇ ਉਸੇ ਖੂਹ 'ਤੇ ਕੁਝ ਵਣਜਾਰੇ ਆਏ। ਜਦੋਂ ਉਹਨਾਂ ਪਾਣੀ ਭਰਨਾ ਚਾਹਿਆ ਤੇ ਵਿੱਚੋਂ ਵੇਖਿਆ ਕਿ ਕੋਈ ਹੈ ਬਲਾ ਵਿੱਚ ਫਿਰਦੀ। ਉਹਨਾਂ ਨੇ ਵਿੱਚੋਂ ਅਸ ਰਾਜੇ ਨੂੰ ਕੱਢਿਆ, ਮਲਮ ਪੱਟੀ ਕੀਤੀ ਤੇ ਨਾਲ ਲੈ ਗਏ। ਰਸਤੇ 'ਚ ਕੋਈ ਧੋਬੀ ਸੀ। ਧੋਬੀ ਨੇ ਇਸ ਅਸ ਰਾਜੇ ਵੱਲ ਦੇਖਿਆ ਤੇ ਕਹਿੰਦਾ ਇਹ ਬਹੁਤ ਸੁੰਦਰ ਸੀ ਤੇ ਧੋਬੀ ਦੇ ਕੋਈ ਸੰਤਾਨ ਨਹੀਂ ਸੀ। ਉਹਨੇ ਇਸ ਅਸ ਰਾਜੇ ਨੂੰ ਖਰੀਦ ਲਿਆ। ਵਣਜਾਰਿਆਂ ਨੇ ਉਹਨੂੰ ਦੇ ਦਿੱਤਾ ਧੋਬੀ ਨੂੰ। ਧਰਮੀ ਪਿਤਾ ਬਣਿਆ ਧੋਬੀ। ਧੋਬੀ ਦੇ ਨਾਲ ਕਾਰ ਵਿਹਾਰ ਕਰਦਾ ਹੈ ਤੇ ਸਾਰਾ ਦਿਨ ਇਸੇ ਤਰ੍ਹਾਂ ਬੀਤ ਜਾਂਦਾ ਹੈ। ਤੇ ਜਿਹੜੇ ਰਾਜ ਦੇ ਵਿੱਚ ਰਹਿੰਦਾ ਸੀ ਉੱਥੋਂ ਦਾ ਰਾਜਾ ਜਿਹੜਾ ਸੀ ਉਹ ਨਿਰਸੰਤਾਨ ਸੀ, ਉਹਦੇ ਕੋਈ ਸੰਤਾਨ ਨਹੀਂ ਸੀ। ਜਿਸ ਜਗ੍ਹਾ ਦੇ ਉੱਤੇ ਧੋਬੀ ਦਾ ਕਾਰੋਬਾਰ ਕਰਦਾ ਸੀ ਇਹਦਾ ਪਿਤਾ, ਉੱਥੇ ਕੋਈ ਸੰਤਾਨ ਨਹੀਂ ਸੀ ਰਾਜੇ ਦੀ। ਤੇ ਰਾਜਾ ਜਿਹੜਾ ਸੀ ਬਿਨਾਂ ਸੰਤਾਨ ਤੋਂ ਹੀ ਮਰ ਗਿਆ। ਤੇ ਜੋਤਸ਼ੀਆਂ ਨੇ ਇਕੱਠੇ ਹੋ ਕੇ ਗੱਲ ਵਿਚਾਰੀ ਕਿ ਆਪਾਂ ਸਾਰੇ ਦਰਵਾਜ਼ੇ ਬੰਦ ਕਰ ਦਿੰਦੇ ਹਾਂ। ਕੱਲ੍ਹ ਨੂੰ ਜਿਹੜਾ ਆ ਕੇ ਦਰਵਾਜ਼ਾ ਖੋਲ੍ਹੇਗਾ, ਜਿਹਦੇ ਹੱਥ ਲੱਗਣ ਦੇ ਨਾਲ ਤਾਲਾ ਆਪਣੇ ਆਪ ਖੁੱਲ੍ਹ ਜਾਏਗਾ, ਉਹ ਸਾਡਾ ਰਾਜਾ ਹੋਵੇਗਾ। ਇਸੇ ਤਰ੍ਹਾਂ ਕੀਤਾ ਗਿਆ। ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਉੱਧਰੋਂ ਇਹ ਜਿਹੜਾ ਧੋਬੀ ਸੀ ਇਹਦਾ ਬੈਲ ਜਿਹਦੇ ਉੱਤੇ ਕੱਪੜੇ ਲੱਦ ਕੇ ਗੱਡੇ 'ਤੇ ਲੈ ਕੇ ਜਾਂਦੇ ਸੀ, ਉਹ ਬੈਲ ਨਾਲ ਜਿਹੜਾ ਢੋਂਦਾ ਸੀ ਕੱਪੜੇ, ਉਹ ਛੁੱਟ ਗਿਆ। ਉਹ ਭੱਜਾ ਗਿਆ ਕਿਸੇ ਪਾਸੇ ਨੂੰ ਤੇ ਪਿੱਛੇ ਪਿੱਛੇ ਅਸ ਰਾਜਾ ਵੀ ਗਿਆ। ਇਹਨੇ ਜਾ ਕੇ ਬੈਲ ਨੂੰ ਲੱਭਦਾ ਲੱਭਦਾ ਉਹ ਦਰਵਾਜ਼ੇ 'ਤੇ ਪਹੁੰਚ ਗਿਆ। ਤੇ ਜਾ ਕੇ ਜਦੋਂ ਆਪਣੇ ਟੁੰਡ ਸਨ, ਦੋਵੇਂ ਹੱਥ 'ਤੇ ਨਹੀਂ ਸਨ, ਦੋਵੇਂ ਜਿਹੜੇ ਟੁੰਡ ਸਨ ਉਹ ਜਿੰਦਰੇ ਨੂੰ ਲਾਏ ਤੇ ਜਿੰਦਰਾ ਆਪਣੇ ਆਪ ਖੁੱਲ੍ਹ ਗਿਆ। ਤਾਲਾ ਖੁੱਲ੍ਹਾ ਤੇ ਸਿਪਾਹੀਆਂ ਨੇ ਫੜਿਆ ਤੇ ਅੰਦਰ ਲੈ ਗਏ। ਤੇ ਜਦੋਂ ਵੇਖਿਆ ਕਿ ਇਹਦੇ ਦੋਵੇਂ ਹੱਥ ਨਹੀਂ ਹੈਗੇ ਤੇ ਵਜ਼ੀਰ ਜਿਹੜੇ ਆ ਉਹ ਸੋਚਣ ਲੱਗੇ ਕਿ ਕਿਹੋ ਜਿਹਾ ਹਾਲ ਬਣਿਆ, ਸਾਡਾ ਜਿਹੜਾ ਰਾਜਾ ਉਹ ਬਿਨਾਂ ਹੱਥਾਂ ਤੋਂ ਕਿਵੇਂ ਹੋਵੇਗਾ। ਉਹਨਾਂ ਨੇ ਫਿਰ ਇਹਨੂੰ ਰਾਜੇ ਨੂੰ ਗੱਦੀ 'ਤੇ ਬਿਠਾਇਆ, ਸਾਰਾ ਹਾਲ ਪੁੱਛਿਆ ਕਿ ਕੀ ਹੈ ਤੇਰਾ ਹਾਲ, ਆਪਣਾ ਸਾਰਾ ਆਪਣੇ ਬਾਰੇ ਦੱਸ। ਫਿਰ ਇਹਨੇ ਦੱਸਿਆ ਕਿ ਇਵੇਂ ਇਵੇਂ ਕਰਕੇ ਮੇਰੇ ਨਾਲ ਬੀਤੀ। ਫਿਰ ਜਦੋਂ ਇਹ ਸਾਰੀ ਵਾਰਤਾ ਸੁਣੀ, ਉਹਨਾਂ ਕਿਹਾ ਕਿ ਠੀਕ ਹੈ, ਇਹ ਰਾਜਾ ਜਿਹੜਾ ਹੈ ਇਹਨੂੰ ਧਰਮ ਦਾ ਗਿਆਨ ਹੈ, ਇਹਨੇ ਰਾਜ ਵਿਦਿਆ ਵੀ ਪੜ੍ਹੀ ਹੈ, ਸਾਰਾ ਕੁਝ ਪਤਾ ਹੈ ਇਹਨੂੰ ਗੱਦੀ 'ਤੇ ਬਿਠਾ ਦਿੰਦੇ ਹਾਂ, ਇਹਨੂੰ ਰਾਜ ਜਿਹੜਾ ਇਹਨੂੰ ਸੌਂਪ ਦਿੰਦੇ। ਉਹਨੂੰ ਸਾਰਾ ਰਾਜ ਸੌਂਪ ਦਿੱਤਾ। ਇਸ ਅਸ ਰਾਜੇ ਨੇ ਫਿਰ ਬੜਾ ਹੀ ਧਰਮੀ ਰਾਜ ਚਲਾਇਆ, ਬੜਾ ਖੁਸ਼ਹਾਲ ਰਾਜ ਇਹਨੇ ਕੀਤਾ। ਫਿਰ ਜਿਹੜਾ ਸੀ ਸਮਾਂ ਬੀਤਿਆ, ਸਾਰੀ ਜਗ੍ਹਾ ਕਾਲ ਪੈ ਗਿਆ। ਕਾਲ ਪੈਣ ਉਪਰੰਤ ਜਿਹੜੇ ਦੇ ਪਿਤਾ ਦਾ ਰਾਜ ਸੀ ਉੱਥੋਂ ਵਜ਼ੀਰ ਆਇਆ। ਉਹਨੇ ਵਜ਼ੀਰ ਨੇ ਆਣ ਕੇ ਨਮਸਕਾਰ ਕੀਤੀ ਹੈ ਤੇ ਕਿਹਾ ਜੀ ਸਾਨੂੰ ਰਸਤ ਬਸਤ ਚਾਹੀਦੀ ਹੈ, ਸਾਡੇ ਰਾਜ ਦੇ ਵਿੱਚ ਕਾਲ ਪੈ ਗਿਆ। ਵਜ਼ੀਰ ਨੂੰ ਇਹਨੇ ਅਸ ਰਾਜੇ ਨੇ ਪਛਾਣ ਲਿਆ। ਪਛਾਣ ਕੇ ਉਹਨੂੰ ਕਿਹਾ ਜੀ ਮੈਨੂੰ ਪਛਾਣਿਆ? ਵਜ਼ੀਰ ਕਹਿੰਦਾ ਨਹੀਂ। ਕਹਿੰਦਾ ਮੈਂ ਉਹੀ ਹਾਂ ਜਿਹੜਾ ਤੁਸੀਂ ਹੱਥ ਵੱਢ ਕੇ ਖੂਹ 'ਚ ਸੁੱਟਤਾ ਸੀ। ਕਹਿੰਦਾ ਅੱਛਾ ਤੁਸੀਂ ਰਾਜੇ ਦੇ ਪੁੱਤਰ? ਬੜਾ ਮਾਣ ਸਤਿਕਾਰ ਕੀਤਾ। ਇਹਨੇ ਅਸ ਰਾਜੇ ਨੇ ਗੱਡੇ ਭਰ ਕੇ ਬਿਨਾਂ ਮੁੱਲ ਲਏ ਇਹਨਾਂ ਨੂੰ ਜਿਹੜਾ ਸੀ ਰਾਸ਼ਨ ਭੇਜ ਦਿੱਤਾ। ਫਿਰ ਉੱਧਰੋਂ ਜਦੋਂ ਇਹਦੇ ਪਿਤਾ ਨੂੰ ਪਤਾ ਲੱਗਾ ਅਸ ਰਾਜੇ ਦੇ ਨੂੰ, ਇਹ ਫਿਰ ਮਿਲਣ ਵਾਸਤੇ ਆਇਆ ਆਪਣੇ ਪੁੱਤਰ ਨੂੰ। ਸਾਰੰਗ ਪਿਤਾ ਇਹਦੇ ਨੂੰ ਪਤਾ ਲੱਗਾ, ਉਹ ਮਿਲਣ ਵਾਸਤੇ ਇਹਦੇ ਕੋਲ ਆਇਆ। ਇਹਨੇ ਫਿਰ ਉੱਤੇ ਰਾਜਗੱਦੀ 'ਤੇ ਬਿਠਾ ਕੇ ਆਪਣੇ ਪਿਤਾ ਦਾ ਬੜਾ ਸਨਮਾਨ ਕੀਤਾ। ਜਦੋਂ ਬਹੁਤ ਸਨਮਾਨ ਕੀਤਾ, ਇਹਦੇ ਪਿਤਾ ਨੇ ਸਾਰਾ ਰਾਜ ਜਿਹੜਾ ਸੀ ਇਹਨੂੰ ਦੇ ਦਿੱਤਾ। ਕਹਿੰਦਾ ਅੱਜ ਤੋਂ ਮੇਰੇ ਰਾਜ ਦਾ ਮਾਲਕ ਤੂੰ। ਲਿਖਾ ਪੜ੍ਹੀ ਹੋਈ ਤੇ ਇੱਧਰੋਂ ਇਹਦੇ ਜਿਹੜੇ ਭਰਾ ਸਨ ਸੁਲਤਾਨ ਤੇ ਖਾਨ, ਉਹਨਾਂ ਨੇ ਅਸਲ 'ਚ ਇਹਨੇ ਸੋਚਿਆ ਸੀ ਅਸ ਰਾਜੇ ਨੇ ਕਿ ਮੈਂ ਆਪਣੇ ਭਰਾਵਾਂ ਨੂੰ ਜਿਹੜਾ ਚੰਗਾ ਰਾਜ ਕਰਨ ਵਾਸਤੇ ਪ੍ਰੇਰਿਤ ਕਰਾਂ। ਪਰ ਜਦੋਂ ਖਾਨ ਤੇ ਸੁਲਤਾਨ ਨੂੰ ਇਹ ਪਤਾ ਲੱਗਾ ਕਿ ਸਾਰਾ ਰਾਜ ਭਾਗ ਸਾਡਾ ਛੁੱਟ ਗਿਆ, ਇਹ ਰਾਜ ਭਾਗ ਇਹਦੇ ਹੱਥ ਆ ਗਿਆ ਅਸ ਰਾਜੇ ਦੇ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਗੱਲ ਕਹੀ ਕਿ ਹੁਣ ਅਸੀਂ ਇਹਦੇ ਨਾਲ ਲੜਾਂਗੇ। ਤੇ ਫਿਰ ਉਹਨਾਂ ਲੜਨ ਵਾਸਤੇ ਜਿਹੜੀ ਫੌਜ ਤਿਆਰ ਕੀਤੀ। ਇੱਧਰੋਂ ਜਿਹੜਾ ਅਸ ਰਾਜਾ ਸੀ ਇਹਨੇ ਪਰਮੇਸ਼ਰ ਦਾ ਧਿਆਨ ਧਰ ਕੇ ਇਵੇਂ ਕੀਤਾ ਕਿ ਆਪਣੇ ਗੁੱਟ ਆਪਸ 'ਚ ਰਗੜੇ। ਇਹਨੇ ਕਿਹਾ ਪਰਮੇਸ਼ਰ ਜਿਵੇਂ ਤੇਰਾ ਹੁਕਮ, ਤੇ ਕਹਿੰਦੇ ਇਹਦੇ ਹੱਥ ਵਾਪਸ ਆ ਗਏ। ਫਿਰ ਇਹਨੇ ਸਾਰੀ ਆਪਣੀ ਸੈਨਾ ਲੈ ਕੇ ਤੇ ਉਹ ਆਪਣੇ ਸੁਲਤਾਨ ਤੇ ਖਾਨ ਨਾਮ ਦੇ ਭਰਾ ਦੇ ਨਾਲ ਜੰਗ ਕੀਤੀ। ਆਪਣੇ ਪਿਤਾ ਦਾ ਰਾਜ ਵੀ ਸਾਂਭਿਆ ਤੇ ਆਪਣਾ ਰਾਜ ਵੀ ਸਾਂਭਿਆ। ਇਹ ਸਾਰੀ ਵਾਰਤਾ ਨੂੰ ਜਦੋਂ ਢਾਡੀਆਂ ਨੇ ਗਾਇਆ ਤੇ ਉਹ ਜਿਹੜੀ ਧੁਨੀ ਸੀ, ਉਹ ਧੁਨੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ ਉੱਪਰ ਦਰਜ ਕੀਤਾ, ਜੋ ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਅਨੁਸਾਰ
ਜਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤਾ ਸੰਪਾਦਨਾ ਵੇਲੇ। ਇਹ ਦੋਵੇਂ ਵਿਚਾਰ ਆਪਾਂ ਨਾਲ ਲੈ ਕੇ ਚੱਲਦੇ ਹਾਂ। ਉਸ ਟੁੰਡੇ ਅਸ ਰਾਜੇ ਕੀ ਧੁਨੀ ਨੂੰ ਸਤਿਗੁਰਾਂ ਨੇ ਦਰਜ ਕੀਤਾ ਤੇ ਇਹਦੇ ਨਾਲ ਜਿਹੜੀ ਹੈ ਇਹ ਵਾਰ ਨੂੰ ਗਾਉਣਾ ਜਿਹੜਾ ਦੱਸਿਆ ਕਿ ਭਾਈ ਇਸ ਤਰ੍ਹਾਂ ਇਸ ਵਾਰ ਨੂੰ ਜਿਹੜਾ ਗਾਉਣਾ। 5 ਪੰਗਤੀਆਂ ਦੀ ਜਿਹੜੀ ਹੈ ਇੱਕ ਪੌੜੀ ਹੈ ਤੇ ਉਹਨੂੰ ਗਾਉਣ ਦਾ ਜਿਹੜਾ ਢੰਗ ਹੈ ਉਹੀ ਹੈ ਜੋ ਅਸ ਟੁੰਡੇ ਅਸ ਰਾਜੇ ਕੀ ਵਾਰ ਦੀ ਧੁਨੀ ਹੈ। ਉਸੇ ਤਰ੍ਹਾਂ ਇਹਨੂੰ ਗਾਉਣ ਦਾ ਸਤਿਗੁਰਾਂ ਨੇ ਮਜਬੂਨ ਦਿੱਤਾ। ਸ਼ਲੋਕ ਮਹੱਲਾ ਪਹਿਲਾ। ਹੁਣ ਸ਼ਲੋਕ ਆਰੰਭ ਹੁੰਦਾ ਹੈ, ਸਭ ਤੋਂ ਪਹਿਲਾਂ ਸ਼ਲੋਕ ਆਉਂਦੇ ਆ, ਫਿਰ ਪੌੜੀ 'ਤੇ ਜਾ ਕੇ ਸਮਾਪਤੀ ਹੁੰਦੀ ਹੈ। ਇਸ ਤਰ੍ਹਾਂ ਇਹ ਵਾਰ ਚੱਲਣੀ ਹੈ। ਸ਼ਲੋਕ ਮਹੱਲਾ ਪਹਿਲਾ, ਮਹੱਲੇ ਪਹਿਲੇ ਦਾ ਸ਼ਲੋਕ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਬਲਿਹਾਰ ਜਾਣਾ ਚਾਹੀਦਾ ਆਪਣੇ ਗੁਰੂ ਦੇ ਉੱਤੋਂ, ਇੱਕ ਵਾਰੀ ਨਹੀਂ, ਦਿਉਹਾੜੀ ਸਦਵਾਰ, ਸਦਾ ਹੀ ਆਪਣੇ ਗੁਰੂ ਤੋਂ ਬਲਿਹਾਰਨੇ ਜਾਓ। ਦਿਹਾੜੀ ਦੇ ਵਿੱਚ ਵੀ ਤੇ ਸਦਵਾਰ ਸਦਾ ਹੀ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਸ ਗੁਰੂ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤਾ ਤੇ ਜਿਹਨੇ ਇੱਕ ਛਿਣ ਦਾ ਟਾਈਮ ਨਾ ਲਾਇਆ, ਇੱਕ ਛਿਣ ਦੇ ਵਿੱਚ ਮਨੁੱਖ ਦੇ ਅੰਦਰ ਦੇਵਤਿਆਂ ਵਾਲੇ ਗੁਣ ਭਰ ਦਿੱਤੇ, ਐਸਾ ਗੁਰੂ ਹੈ। ਸੋ ਸਾਧ ਸੰਗਤ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਇੱਥੋਂ ਹੀ ਜਿਹੜਾ ਸ਼ਲੋਕ ਮਹੱਲਾ ਪਹਿਲਾ ਇੱਥੋਂ ਹੀ ਆਪਾਂ ਕੱਲ੍ਹ ਆਰੰਭਤਾ ਕਰਾਂਗੇ। ਥੋੜ੍ਹਾ ਹੋਰ ਵਿਸਥਾਰ ਦੇ ਨਾਲ ਗੁਰੂ ਦੀਆਂ ਵਡਿਆਈਆਂ ਕਰਾਂਗੇ ਜੋ ਇਹਨਾਂ ਸ਼ਲੋਕਾਂ ਦੇ ਵਿੱਚ ਦੱਸੀਆਂ ਹਨ। ਫਿਰ ਪੌੜੀ 'ਤੇ ਕੱਲ੍ਹ ਨੂੰ ਆਪਾਂ ਸਮਾਪਤੀ ਕਰਾਂਗੇ। ਅੱਜ ਆਪਾਂ ਆਸਾ ਦੀ ਵਾਰ ਦੀ ਭੂਮਿਕਾ ਹੀ ਬੰਨੀ ਹੈ ਕਿ ਕੀ ਆਸਾ ਦੀ ਵਾਰ ਵਿੱਚ ਹੈ ਅਤੇ ਕਿਵੇਂ ਕਿਵੇਂ ਜਿਹੜਾ ਹੈ ਇਹਦੇ ਉੱਪਰ ਧੁਨੀ ਹੈ, ਕੀ ਸਤਿਗੁਰਾਂ ਨੇ ਦੱਸਣਾ ਕੀਤਾ ਹੈ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।